ਇਮੀਡੀਏਟਲੀ ਤੁਸੀਂ ਇੱਕ ਮੀਟਿੰਗ ਵੀ ਕਾਲ ਕੀਤੀ ਹੈ। ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿਸ ਤਰ੍ਹਾਂ ਇਹ ਨੁਕਸਾਨ ਕਰਦਾ ਗੰਨੇ ਨੂੰ ਔਰ ਹੈ ਕੀ ਹੈ। ਰੱਤਾ ਰੋਗ ਇਹ ਹੁੰਦਾ ਕਿ ਜਿਹਨੂੰ ਰੈੱਡ ਰੋਟ ਵੀ ਕਹਿ ਦਿੰਦੇ ਆ ਕਿ ਉਹ ਇੱਕ ਵਿੱਚੋਂ ਜਦੋਂ ਉਹਨੂੰ ਕੱਟੀ ਦਾ ਤਾਂ ਉਹਦੇ ਵਿੱਚੋਂ ਸਾਰਾ ਹੀ ਲਾਲ ਗੰਨਾ ਹੋਇਆ ਹੁੰਦਾ। ਇਹ ਬਿਮਾਰੀ ਬੜੀ ਜ਼ਬਰਦਸਤ ਤਰੀਕੇ ਨਾਲ ਫੈਲਦੀ ਹੈ। 72 ਜਾਂ ਉਹਦੇ ਤੋਂ ਪਹਿਲਾਂ ਜਾਂ ਫਿਰ 85 87 'ਚ ਵੀ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਸੀ ਇਸ ਬਿਮਾਰੀ ਦੇ ਨਾਲ। ਕਿਸਾਨੀ ਬਚਾਉਣ ਲਈ ਔਖ ਤੇ ਝੱਲਣੀ ਪਏਗੀ ਅਤੇ ਖਾਸ ਕਰਕੇ ਸਰਕਾਰ ਨੂੰ ਝੱਲਣੀ ਪਏਗੀ। ਕਿਸਾਨ ਨੂੰ ਇਹਦੇ ਵਿੱਚ ਸਾਥ ਦੇਣਾ ਪਏਗਾ, ਉਹਦਾ ਪੂਰਾ ਪਰਿਵਾਰ ਵੀ ਸਾਡੇ ਨਾਲ ਲੱਗੇਗਾ। ਗੰਨੇ ਦਾ ਜਿਹੜਾ ਰੱਤਾ ਰੋਗ ਹੈ ਇਹਨੂੰ ਗੰਨੇ ਦਾ ਕੈਂਸਰ ਵੀ ਕਹਿੰਦੇ। ਇਹਦੇ ਅੰਦਰ ਉੱਲੀ ਜਦੋਂ ਚਲੀ ਜਾਂਦੀ ਹੈ, ਅੰਦਰ ਜਾਣ ਦੇ ਬਾਅਦ ਉਹਦਾ ਜਿੰਨੀ ਵੀ ਖੰਡ ਬਣੀ ਹੁੰਦੀ ਹੈ ਜਾਂ ਗਲੂਕੋਜ਼ ਜੋ ਵੀ ਹੁੰਦਾ ਉਹਨੂੰ ਸਾਰੀ ਨੂੰ ਉੱਲੀ ਖਾ ਜਾਂਦੀ ਹੈ। ਜਦੋਂ ਉੱਲੀ ਉਹਨੂੰ ਖਾ ਜਾਂਦੀ ਹੈ ਉਸ ਤੋਂ ਬਾਅਦ ਗੰਨਾ ਸੁੱਕਣਾ ਸ਼ੁਰੂ ਹੋ ਜਾਂਦਾ, ਉਹ ਡਰਾਈ ਹੋ ਜਾਂਦਾ। ਤਾਂ ਉਹਦੇ ਵਿੱਚ ਕੀ ਹੈ ਕਿ ਸਾਨੂੰ ਪੂਰੇ ਦਾ ਪੂਰਾ ਝਾੜ ਦਾ ਵੀ ਨੁਕਸਾਨ ਸਹਿਣਾ ਪੈਂਦਾ ਅਤੇ ਜਿਹੜੇ ਅੱਗੇ ਮਿੱਲਾਂ ਦੇ ਵਿੱਚ ਉਹ ਗੰਨਾ ਕੱਟ ਕੇ ਜਦੋਂ ਜਾਂਦਾ ਤਾਂ ਉਹਦੇ ਰਿਕਵਰੀ 'ਤੇ ਵੀ ਨੁਕਸਾਨ ਕਰਦੀ। 30 ਤੋਂ 80% ਤੱਕ ਜਿਹੜਾ ਝਾੜ ਦਾ ਨੁਕਸਾਨ ਸਿੱਧਾ ਕਰ ਦਿੰਦੀ ਹੈ। ਅਗਰ ਇਹਨੂੰ ਸਹੀ ਢੰਗ ਨਾਲ ਪ੍ਰੀਵੈਂਟਿਵ ਮੇਜਰ ਨਹੀਂ ਲਏ ਜਾਣ, ਰੋਕਥਾਮ ਜਾਂ ਬਾਕੀ ਚੀਜ਼ਾਂ ਫੋਲੋ ਨਾ ਕੀਤੀਆਂ ਜਾਣ ਔਰ ਅਨਨੋਟਿਸ ਰਹਿ ਜਾਏ ਤਾਂ ਇਹ ਲਾਸਟ ਵਿੱਚ ਜਿਹੜਾ ਹੈਗਾ ਕਿ ਪੂਰੀ ਦੀ ਪੂਰੀ ਫਸਲ ਵੀ ਤਬਾਹ ਹੋ ਸਕਦੀ ਹੈ। 300 ਤੇ 38 ਏਕੜ ਜਿਹੜਾ ਏਕੜ ਜਿੱਥੇ ਜਿਹੜੇ ਬਿਮਾਰੀ ਵਾਲੇ ਸਪਾਟ ਹੈ, 130 ਜ਼ਿਮੀਂਦਾਰਾਂ ਦੇ ਜਿਹੜੇ ਸਪਾਟ ਹੈ ਇਹ ਆਪਾਂ ਹੁਣ ਤੱਕ ਜਿਹੜਾ ਆਪਾਂ ਡਿਟੈਕਟ ਕਰ ਲਿਆ, ਉਹਨਾਂ ਦੀ ਪਛਾਣ ਕਰ ਲਈ ਹੈ। ਅੰਨਦਾਤਾ ਖੇਤਾਂ ਵਿੱਚ ਸਖਤ ਮਿਹਨਤ ਕਰਦਾ ਪਰ ਬਿਮਾਰੀਆਂ ਆ ਜਾਂਦੀਆਂ ਨੇ, ਫਸਲਾਂ ਨੂੰ ਪੈ ਜਾਂਦੀਆਂ। ਗੰਨੇ ਦੇ ਕਾਸ਼ਤਕਾਰਾਂ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਰੱਤਾ ਰੋਗ ਇੱਕ ਬਿਮਾਰੀ ਜੋ ਗੰਨੇ ਨੂੰ ਪੈਂਦੀ ਹੈ, ਪਰ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਇਮੀਡੀਏਟਲੀ ਮੀਟਿੰਗ ਬੁਲਾਈ ਹੈ। ਜਿਵੇਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਗੰਨੇ ਦੇ ਵਿੱਚ ਇਹ ਬਿਮਾਰੀ ਆ ਗਈ ਹੈ, ਰੰਧਾਵਾ ਸਾਹਿਬ ਸਾਡੇ ਨਾਲ ਮੌਜੂਦ ਨੇ ਕਿਉਂਕਿ ਹਾਈ ਲੈਵਲ ਦੀ ਮੀਟਿੰਗ ਸੀ ਔਰ ਨਾਲ ਹੀ ਵਰਚੁਅਲੀ ਜੁੜੇ ਸੀਗੇ ਸਾਇੰਟਿਸਟ ਵੀ, ਔਰ ਸਾਇੰਟਿਸਟ ਸਾਡੇ ਨਾਲ ਮੌਜੂਦ ਵੀ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਰੰਧਾਵਾ ਸਾਹਿਬ, ਰੋਗ ਜਿਹੜਾ ਗੰਨੇ ਨੂੰ ਪਿਆ ਇਸ ਨੂੰ ਲੈ ਕੇ ਇਮੀਡੀਏਟਲੀ ਤੁਸੀਂ ਇੱਕ ਮੀਟਿੰਗ ਵੀ ਕਾਲ ਕੀਤੀ ਹੈ। ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿਸ ਤਰ੍ਹਾਂ ਇਹ ਨੁਕਸਾਨ ਕਰਦਾ ਗੰਨੇ ਨੂੰ ਔਰ ਹੈ ਕੀ ਹੈ ਇਹ ਚੀਜ਼। ਇਹਨੂੰ ਫੰਗਸ ਕਹਿ ਦਿੰਦੇ, ਉੱਲੀ ਰੋਗ ਐਕਚੁਅਲੀ ਇਹਨੂੰ ਕਿਹਾ ਜਾਂਦਾ। ਔਰ ਇਹ ਸਭ ਤੋਂ ਪਹਿਲਾਂ ਜਿਹੜੀ ਯੂਪੀ ਦੇ ਵਿੱਚ ਇਹਦੀ ਬਿਮਾਰੀ ਜਿਹੜੀ ਸਭ ਤੋਂ ਪਹਿਲਾਂ ਸਟਾਰਟ ਹੋਈ ਸੀ, ਮੇਰੇ ਖਿਆਲ 2009 'ਚ 238 ਜਿਹੜੀ ਆ ਵੈਰਾਈਟੀ ਅਸੀਂ 2009 'ਚ ਲੈ ਕੇ ਆਏ ਸੀ। 10-12 ਸਾਲ ਇਹ ਚੀਜ਼ ਨੂੰ ਹੋ ਗਏ ਨੇ। ਅਤੇ ਜ਼ਿਆਦਾ ਇਹ ਜਿੱਥੇ ਵਾਟਰ ਲੌਗਿੰਗ, ਜਿੱਥੇ ਸੇਮ ਦਾ ਏਰੀਆ, ਉਹਦੇ 'ਚ ਬਹੁਤ ਜਲਦੀ ਇਹ ਫੈਲਦੀ ਆ। ਇਹਦੇ 'ਚ ਇਹ ਹੁੰਦਾ ਕਿ ਰੱਤਾ ਰੋਗ ਇਹ ਹੁੰਦਾ ਕਿ ਜਿਹਨੂੰ ਰੈੱਡ ਰੋਟ ਵੀ ਕਹਿ ਦਿੰਦੇ ਆ ਕਿ ਉਹ ਇੱਕ ਵਿੱਚੋਂ ਜਦੋਂ ਉਹਨੂੰ ਕੱਟੀ ਦਾ ਤਾਂ ਉਹਦੇ ਵਿੱਚੋਂ ਸਾਰਾ ਹੀ ਲਾਲ ਗੰਨਾ ਹੋਇਆ ਹੁੰਦਾ। ਅਤੇ ਜਿਹੜੀ ਸਭ ਤੋਂ ਪਹਿਲੇ ਜਿਹੜੇ ਲੱਛਣ ਨੇ ਇਹਦੇ ਜਦੋਂ ਸਟਾਰਟ ਹੀ ਹੁੰਦਾ, ਉਹਦਾ ਜਿਹੜੇ ਪਹਿਲੇ 3 ਜਾਂ 4 ਜਿਹੜੀਆਂ ਨੇ ਉਹਨਾਂ ਦੇ ਜਿਹੜੇ ਪੱਤੇ ਨੇ ਉਹ ਪੀਲੇ ਰੰਗ ਦੇ ਪੈ ਜਾਂਦੇ ਨੇ। ਔਰ ਇਹ ਬਿਮਾਰੀ ਬੜੀ ਜ਼ਬਰਦਸਤ ਤਰੀਕੇ ਨਾਲ ਫੈਲਦੀ ਹੈ। 72 ਜਾਂ ਉਹਦੇ ਤੋਂ ਪਹਿਲਾਂ ਜਾਂ ਫਿਰ 85 87 'ਚ ਵੀ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਸੀ ਇਸ ਬਿਮਾਰੀ ਦੇ ਨਾਲ। ਅਤੇ ਜਿਸ ਵੇਲੇ ਮੈਨੂੰ ਪਤਾ ਲੱਗਾ ਕਿ ਸਭ ਤੋਂ ਪਹਿਲਾਂ ਇਹਦੀ ਜੇ ਕਿਤੇ ਸਪੌਟ ਕੀਤਾ ਅਤੇ ਉਹ ਮੁਕੇਰੀਆਂ ਜਿਹੜੀ ਸ਼ੂਗਰ ਮਿਲ ਆ ਉਹਨਾਂ ਨੇ ਕੀਤਾ ਕਿ ਜਿਹੜੀ ਮੁਕੇਰੀਆਂ ਤੋਂ ਗੁਰਦਾਸਪੁਰ ਸ਼ਾਲੇ ਚੱਕ ਦਾ ਏਰੀਆ ਜਿਹੜਾ ਪੈਂਦਾ ਉੱਥੋਂ ਪਹਿਲਾਂ ਸਪੌਟ ਜਿਹੜੇ ਇਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਨੇ ਜਾ ਕੇ ਉਹ ਦੇਖੇ ਔਰ ਉਹ ਕੁਝ ਪੈਚ ਜਿਹੜੇ ਸੀ ਉਹਨਾਂ ਦੇ ਵਿੱਚ ਇਹ ਬਿਮਾਰੀ ਦੇਖੀ ਗਈ। ਅਤੇ ਉਹਦੇ ਬਾਅਦ ਮੈਂ ਇਮੀਡੀਏਟਲੀ ਇਹਦੀ ਮੀਟਿੰਗ ਬੁਲਾਈ। ਅੱਜ ਸਾਡੇ ਸਾਇੰਟਿਸਟ ਨੇ ਕੇਨ ਦੇ ਉੱਥੋਂ ਦੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਗੁਲਜ਼ਾਰ ਸਿੰਘ ਹੋਣੀ ਔਰ ਨਾਲ ਹੀ ਜਿਹੜਾ ਰਿਸਰਚ ਸੈਂਟਰ ਆ ਕੇਨ ਰਿਸਰਚ ਸੈਂਟਰ ਕਰਨਾਲ ਡਾਕਟਰ ਪਾਂਡੇ, ਉਹ ਸਾਡੇ ਨਾਲ ਔਨਲਾਈਨ ਸੀਗੇ। ਕੇਨ ਕਮਿਸ਼ਨਰ ਆਫਿਸ ਵੱਲੋਂ ਸੀਗੇ, ਸਾਰੀਆਂ ਸਾਡੀਆਂ ਸ਼ੂਗਰ ਮਿੱਲਾਂ ਉਹਨਾਂ ਦੇ ਵਿੱਚ। ਅਤੇ ਨਾਲ ਹੀ CM ਸਾਹਿਬ ਨੂੰ ਵੀ ਅਸੀਂ ਲਿਖ ਕੇ ਭੇਜਿਆ ਕਿ ਇਹਦੇ 'ਤੇ ਇੱਕ ਹਾਈ ਲੈਵਲ ਜਿਹੜੀ ਆ ਮੀਟਿੰਗ ਇਮੀਡੀਏਟਲੀ ਬੁਲਾਈ ਜਾਵੇ ਤਾਂ ਕਿ ਨੁਕਸਾਨ ਜਿਹੜਾ ਇਹਨੂੰ ਇਮੀਡੀਏਟਲੀ ਰੋਕਿਆ ਜਾਵੇ। ਕਿਉਂਕਿ ਪਹਿਲੇ ਕਿਸਾਨ ਦੀ ਜਿਹੜੀ ਤੁਹਾਨੂੰ ਪਤਾ ਹਾਲਾਤ ਜਿਹੜੇ ਨੇ ਬਹੁਤ ਵਧੀਆ ਨਹੀਂ ਗੇ, ਅਤੇ ਖਾਸ ਕਰਕੇ ਜਦੋਂ ਕੀਮਤ ਵੀ ਵਧੀ ਆ ਔਰ ਉਹਦੇ 'ਚ ਥੋੜ੍ਹਾ ਜਿਹਾ ਵੀ ਨੁਕਸਾਨ ਹੋਣਾ, ਬਹੁਤ ਜ਼ਿਆਦਾ ਨੁਕਸਾਨ 'ਤੇ ਆਪਾਂ ਪਹੁੰਚ ਜਾਓਗੇ। ਅਤੇ ਨਾਲ ਹੀ ਮੈਂ DC ਜਲੰਧਰ ਔਰ ਗੁਰਦਾਸਪੁਰ ਨਾਲ ਕੀਤੀ ਹੈ ਕਿ ਉਹਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ, ਦੋਨੇ ਸ਼ੂਗਰ ਮਿੱਲਾਂ, 4 ਸ਼ੂਗਰ ਮਿੱਲਾਂ ਬਟਾਲੇ ਦੀਆਂ, 2 ਸਾਡੀਆਂ ਕੋਆਪਰੇਟਿਵ ਦੀਆਂ ਨੇ, ਇੱਕ KD ਅਫਗਾਨਾ ਵਾਲੀ ਔਰ ਮੁਕੇਰੀਆਂ ਸ਼ੂਗਰ ਮਿੱਲ। ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ CCDO ਅਤੇ ਜਨਰਲ ਮੈਨੇਜਰ ਉਹ ਵੀ ਉੱਥੇ ਪਹੁੰਚਣ, ਐਗਰੀਕਲਚਰ ਡਿਪਾਰਟਮੈਂਟ ਦੇ ਸਾਰੇ ADO ਔਰ ਜਿਹੜਾ ਚੀਫ ਐਗਰੀਕਲਚਰ ਆਫਿਸਰ ਅਤੇ ਹਾਰਟੀਕਲਚਰ ਔਰ ਜਿਹੜੀ ਸਾਡੀ ਗੁਰਦਾਸਪੁਰ ਦਾ
ਉੱਥੇ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਸੈਂਟਰ ਆ ਉਹਨਾਂ ਦੇ ਸਾਰੇ ਸਾਇੰਟਿਸਟ ਲੈ ਕੇ ਤੇ ਇਹਨਾਂ ਦੀ ਇਮੀਡੀਏਟਲੀ ਜਿਹੜੀ ਸਰਵੇ ਜਿਹੜਾ ਉਹ 2-3 ਦਿਨ ਦੇ ਵਿੱਚ ਕੰਪਲੀਟ ਕਰਕੇ ਜਿਹੜੇ ਵੇਖੋ ਜਿਹੜਾ ਬੂਟਾ ਜਿੱਥੇ ਡਿਜ਼ੀਜ਼ ਆਉਂਦੀ ਆ ਉਹ ਤੁਹਾਨੂੰ ਪੱਟਿਆ ਜਾਏ, ਉੱਥੇ ਜਿਹੜੇ ਕੋਈ ਵੱਖ-ਵੱਖ ਜਿਹੜੀ ਕੋਈ ਦਵਾਈਆਂ ਪਾਉਣੀਆਂ ਉਹਨਾਂ ਨੂੰ ਪਾ ਕੇ ਉਹ ਖਤਮ ਕੀਤਾ ਜੇ। ਇਹਦਾ ਸਪਰੇਅ ਦਾ ਇਲਾਜ ਨਹੀਂ, ਉਹ ਬੂਟਾ ਕੱਢਣਾ ਬਾਹਰ ਔਰ ਉੱਥੇ ਪੈਸਟੀਸਾਈਡ ਪਾ ਕੇ ਉਹਨੂੰ ਠੀਕ ਕਰਨਾ, ਉਹੀ ਇੱਕ ਇਲਾਜ ਆ। ਅਤੇ ਇਮੀਡੀਏਟਲੀ ਇਹਨੂੰ ਰੋਕਣ ਲਈ ਇਹ ਅਸੀਂ ਪ੍ਰੀਵੈਂਟਿਵ ਜਿਹੜੇ ਐਕਸ਼ਨ ਜਿਹੜਾ ਉਹ ਲੈਣਾ ਸਟਾਰਟ ਕਰ ਦਿੱਤਾ। ਇਹਦੇ ਲਈ ਰੰਧਾਵਾ ਸਾਹਿਬ ਫਿਰ ਬੜੀ ਸਖਤ ਮਿਹਨਤ ਹੋਣੀ ਹੈ, ਵਿੱਚੋਂ ਛਾਂਟਣਾ ਪੈਣਾ ਬੂਟੇ ਨੂੰ, ਬੂਟੇ ਦਰ ਬੂਟਾ, ਫਿਰ ਉਹਦੇ ਵਿੱਚ ਜਾ ਕੇ ਤੁਸੀਂ ਕੱਢਣਾ ਪਊਗਾ ਉਸਨੂੰ, ਬਹੁਤ ਲੰਬੀ ਮਿਹਨਤ ਹੋਊਗੀ ਫਿਰ ਇਸਨੂੰ। ਬਿਲਕੁਲ ਇਹ ਮਿਹਨਤ ਵਾਕਈ ਬੜੀ ਔਖੀ, ਔਰ ਇੱਕ ਪੂਰਾ ਖੇਤ ਜਿਹੜਾ ਇੱਕ ਬੂਟਾ ਦੇਖਿਆ ਜਾਣਾ, ਪੂਰੇ ਖੇਤ ਦੇ ਵਿੱਚ ਜਾ ਕੇ ਵੇਖੋ ਜਿੰਨੀ ਗਰਮੀ ਆ ਅਤੇ ਉਹਦੇ ਵਿੱਚ ਜਿਹੜੇ ਕਰਨਾ ਬੜਾ ਔਖਾ ਕੰਮ ਹੈ। ਪਰ ਕਿਸਾਨੀ ਬਚਾਉਣ ਲਈ ਔਖ ਤਾਂ ਝੱਲਣੀ ਪਏਗੀ, ਅਤੇ ਖਾਸ ਕਰਕੇ ਸਰਕਾਰ ਨੂੰ ਝੱਲਣੀ ਪਏਗੀ। ਕਿਸਾਨ ਨੂੰ ਇਹਦੇ ਵਿੱਚ ਸਾਥ ਦੇਣਾ ਪਏਗਾ, ਉਹਦਾ ਪੂਰਾ ਪਰਿਵਾਰ ਵੀ ਸਾਡੇ ਨਾਲ ਲੱਗੇਗਾ, ਕਿਉਂਕਿ ਉਹਦੇ ਰੋਜ਼ੀ ਰੋਟੀ ਵੇਖੋ ਜਿਹੜੇ ਜਿਸ ਤਰੀਕੇ ਨਾਲ ਗੰਨੇ ਦਾ ਰੇਟ ਵਧਿਆ ਅਤੇ ਲੱਖ-ਸਵਾ ਲੱਖ ਕਿੱਲੇ ਦਾ ਉਹਨਾਂ ਦਾ ਖੇਤ 'ਚ ਖੜਾ, ਅਤੇ ਉਹਦੇ 'ਤੇ ਥੋੜ੍ਹਾ ਜਿਹਾ ਵੀ ਨੁਕਸਾਨ ਹੁੰਦਾ। ਅਤੇ ਵਾਕਈ ਜੇ ਇੱਕ ਵਾਰ ਜਿਹੜੀ ਨੁਕਸਾਨ ਹੋ ਜਾਂਦਾ, ਕਿਸਾਨ ਦੁਬਾਰਾ ਉੱਠ ਨਹੀਂ ਸਕਦਾ। ਉਹਦੇ ਲਈ ਇਮੀਡੀਏਟਲੀ ਜਿਹੜੀ ਆ ਉਹ ਕਰਨ ਲਈ ਵਾਕਈ ਇਹਨਾਂ ਦਿਨਾਂ ਜਦ ਕਹਿੰਦੇ ਸੀ ਨਾ ਕਿ ਕਿਸਾਨ ਜਿਹੜਾ ਸੀ ਉਹ ਸਾਧ ਬਣ ਜਾਂਦਾ ਹੁੰਦਾ ਸੀ ਕਿ ਜਿੰਨਾ ਚਮਾਸਿਆਂ ਦੇ ਵਿੱਚ, ਅਤੇ ਇਹ ਜਿਹੜੀ ਸਾਧ ਬਣਦੀ ਨਹੀਂ, ਹੁਣ ਤਾਂ ਸਾਨੂੰ ਆਪ ਮਿਹਨਤ ਕਰਨ ਦੀ ਲੋੜ ਹੈ। ਅਤੇ ਡਿਪਾਰਟਮੈਂਟ ਪੂਰਾ ਜਿੱਥੇ ਕਿਸਾਨ ਆ ਉੱਥੇ ਪੂਰਾ ਦਾ ਪੂਰਾ ਡਿਪਾਰਟਮੈਂਟ ਵੀ ਨਾਲ, ਇੱਕ ਡਿਪਾਰਟਮੈਂਟ ਹੀ ਨਾਲ। ਮੈਂ ਉਹਨਾਂ ਨੂੰ DC ਗੁਰਦਾਸਪੁਰ ਨੂੰ ਕਿਹਾ ਕਿ ਜਿੰਨੇ GOG ਨੇ ਉਹ ਸਾਰੇ ਉਹਨਾਂ ਦੀ ਵੀ ਡਿਊਟੀ ਉਹਨਾਂ ਪਿੰਡਾਂ 'ਚ ਲਾ ਦਿੱਤੀ ਜਾਏ। ਬਾਅਦ 'ਚ ਉਹਨਾਂ ਦੇਖਿਆ ਕਿ ਪਹਿਲਾਂ ਉਹਨਾਂ ਪਿੰਡਾਂ 'ਚ ਡਿਊਟੀ ਲਾ ਦੇਣੀ ਚਾਹੀਦੀ ਆ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਸੋ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਨੇ ਇੱਕ ਇਮੀਡੀਏਟਲੀ ਮੀਟਿੰਗ ਕਾਲ ਕੀਤੀ ਹੈ, ਔਰ ਜੋ ਸਾਇੰਟਿਸਟ ਵੀ ਸੀ ਉਹ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ। ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਹੁਣੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਿਆ ਜਾਵੇ, ਇੱਕ ਇਮੀਡੀਏਟਲੀ ਮੀਟਿੰਗ ਕਾਲ ਹੋਈ, ਔਰ ਸਭ ਤੋਂ ਪਹਿਲਾਂ ਬਿਮਾਰੀ ਬਾਰੇ ਦੱਸਿਓ, ਕਿਸ ਤਰ੍ਹਾਂ ਨੁਕਸਾਨ ਕਰਦੀ ਹੈ ਔਰ ਕਿੰਨਾ ਕੁ ਨੁਕਸਾਨ ਹੋ ਰਿਹਾ ਕਿਸਾਨਾਂ ਦਾ। ਹਾਂ, ਜੇ ਆਪਾਂ ਗੰਨੇ ਦੇ ਰੱਤੇ ਰੋਗ ਦੀ ਗੱਲ ਕਰਦੇ ਹਾਂ ਤੇ ਗੰਨੇ ਦਾ ਜਿਹੜਾ ਰੱਤਾ ਰੋਗ ਹੈ ਇਹਨੂੰ ਗੰਨੇ ਦਾ ਕੈਂਸਰ ਵੀ ਕਹਿੰਦੇ ਆ। ਔਰ ਇਹ ਬਿਮਾਰੀ ਜਿਹੜੀ ਹੈਗੀ ਆ, ਜਿੱਦਾਂ ਕਿ ਸਾਡੇ ਮਿਨਿਸਟਰ ਸਾਹਿਬ ਨੇ ਕਿਹਾ ਕਿ ਉੱਲੀ ਦੀ ਵਜ੍ਹਾ ਨਾਲ ਹੁੰਦੀ ਹੈ। ਔਰ ਜਿਹੜੀ ਗੰਨੇ ਦੀ ਸਾਡੀ ਫਸਲ ਹੈ, ਫਸਲ ਉਹ 12 ਤੋਂ 14 ਮਹੀਨੇ ਖੇਤ ਵਿੱਚ ਰਹਿੰਦੀ ਹੈ। ਅਤੇ ਇਹ ਜਿਹੜੀ ਉੱਲੀ ਹੈ ਜਦੋਂ ਗੰਨੇ ਦੇ ਅੰਦਰ ਚਲੀ ਜਾਂਦੀ ਹੈ, ਉਹਦੇ ਅੰਦਰ ਇੱਕ ਸੜਨ ਪੈਦਾ ਕਰਦੀ ਹੈ। ਇਹਦਾ ਇਸ ਕਰਕੇ ਨਾਂ ਰੱਤਾ ਰੋਗ ਜਾਂ ਰੈੱਡ ਰੌਟ ਕਹਿੰਦੇ ਆ ਕਿ ਸੜਨ ਤੋਂ ਬਾਅਦ ਇਹ ਲਾਲ ਬਣਦਾ। ਉਹਦੇ ਅੰਦਰ ਉੱਲੀ ਜਦੋਂ ਚਲੀ ਜਾਂਦੀ ਹੈ, ਅੰਦਰ ਜਾਣ ਦੇ ਬਾਅਦ ਉਹਦਾ ਜਿੰਨੀ ਵੀ ਖੰਡ ਬਣੀ ਹੁੰਦੀ ਹੈ ਜਾਂ ਗਲੂਕੋਜ਼ ਜੋ ਵੀ ਹੁੰਦਾ, ਉਹਨੂੰ ਸਾਰੀ ਨੂੰ ਉੱਲੀ ਖਾ ਜਾਂਦੀ ਹੈ। ਜਦੋਂ ਉੱਲੀ ਉਹਨੂੰ ਖਾ ਜਾਂਦੀ ਹੈ, ਉਸ ਤੋਂ ਬਾਅਦ ਗੰਨਾ ਸੁੱਕਣਾ ਸ਼ੁਰੂ ਹੋ ਜਾਂਦਾ, ਉਹ ਡਰਾਈ ਹੋ ਜਾਂਦਾ। ਅਤੇ ਉਹਦੇ ਵਿੱਚ ਕੀ ਹੈ ਕਿ ਸਾਨੂੰ ਪੂਰੇ ਦਾ ਪੂਰਾ ਝਾੜ ਦਾ ਵੀ ਨੁਕਸਾਨ ਸਹਿਣਾ ਪੈਂਦਾ, ਅਤੇ ਜਿਹੜੇ ਅੱਗੇ ਮਿੱਲਾਂ ਦੇ ਵਿੱਚ ਉਹ ਗੰਨਾ ਕੱਟ ਕੇ ਜਦੋਂ ਜਾਂਦਾ ਤਾਂ ਉਹਦੇ ਰਿਕਵਰੀ 'ਤੇ ਵੀ ਨੁਕਸਾਨ ਕਰਦੀ ਹੈ। ਅਤੇ ਇਹਦੀ ਅਗਰ ਜਨਰਲ ਗੱਲ ਕਰੀਏ, ਇਹ ਇਨਫੈਕਸ਼ਨ ਦੀ ਗੱਲ ਕਰਨ ਤੋਂ ਬਾਅਦ ਇਹ 30 ਤੋਂ 80% ਤੱਕ ਜਿਹੜਾ ਝਾੜ ਦਾ ਨੁਕਸਾਨ ਸਿੱਧਾ ਕਰ ਦਿੰਦੀ ਹੈ। ਅਗਰ ਇਹਨੂੰ ਸਹੀ ਢੰਗ ਨਾਲ ਪ੍ਰੀਵੈਂਟਿਵ ਮੇਜਰ ਨਹੀਂ ਲੈ ਜਾਣ, ਰੋਕਥਾਮ ਜਾਂ ਬਾਕੀ ਚੀਜ਼ਾਂ ਫੋਲੋ ਨਾ ਕੀਤੀਆਂ ਜਾਣ ਔਰ ਅਨਨੋਟਿਸ ਰਹਿ ਜਾਏ, ਤਾਂ ਇਹ ਲਾਸਟ ਵਿੱਚ ਜਿਹੜਾ ਹੈਗਾ ਕਿ ਪੂਰੀ ਦੀ ਪੂਰੀ ਫਸਲ ਵੀ ਤਬਾਹ ਹੋ ਸਕਦੀ ਹੈ। ਠੀਕ ਹੈ, ਪਰ ਉਸ ਨੂੰ ਲੈ ਕੇ ਹੁਣ ਜਿਹੜੀ ਮੀਟਿੰਗ ਹੋਈ ਹੈ, ਕੀ ਦਿਸ਼ਾ ਨਿਰਦੇਸ਼ ਦਿੱਤੇ ਗਏ ਆ, ਕੀ ਹੱਲ ਹੁੰਦਾ ਹੋਇਆ ਨਜ਼ਰ ਆਏਗਾ? ਹਾਂ, ਇਸ ਮੀਟਿੰਗ ਦੇ ਵਿੱਚ ਕਿਉਂਕਿ ਇਹ ਤੁਸੀਂ ਇਹ ਸਮਝ ਲਓ ਕਿ ਗੰਨੇ ਦਾ ਰੱਤਾ ਰੋਗ ਜਿਹੜਾ ਹੈਗਾ ਇਹ ਵੀ ਇੱਕ ਤਰ੍ਹਾਂ ਦਾ ਕਰੋਨਾ ਦੀ ਤਰ੍ਹਾਂ ਹੀ ਹੈ। ਇਹਦੇ ਵਿੱਚ ਜਿਹੜਾ ਕਿ ਪਰਹੇਜ਼ ਕਰਨਾ, ਗੁਰੇਜ਼ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਇਨਫੈਕਸ਼ਨ ਹੁੰਦੀ ਹੈ ਇਹ ਤੁਹਾਡੇ ਬੀਜ ਦੇ ਨਾਲ ਚੱਲਦੀ ਹੈ, ਉਹਦੇ ਜਿਹੜੇ ਬੂਝੇ ਥੱਲੇ ਰਹਿ ਜਾਂਦੇ ਆ ਸਟੱਬਲਸ, ਉਹਦੇ ਨਾਲ ਚੱਲਦੀ ਹੈ, ਮਿੱਟੀ ਦੇ ਵਿੱਚ ਕਣ ਰਹਿ ਜਾਂਦੇ ਆ ਅਤੇ ਨੁਕਸਾਨ ਜੋ ਪੂਰਾ ਕਰਦੀ ਹੈ। ਤਾਂ ਉਹਦੇ ਪਰਹੇਜ਼ ਦੇ ਜਿਹੜੇ ਕੁਛ ਇੰਸਟਰਕਸ਼ਨਸ ਜਿਹੜੀਆਂ ਹੈਗੀਆਂ ਨਾ, ਐਡਵਾਈਜ਼ਰੀ ਜਿਹੜੀ ਹੈ ਉਹ ਅਸੀਂ ਪੰਪਲੇਟਸ ਬਣਾ ਕੇ ਉਹ ਮਿੱਲਾਂ ਨੂੰ ਪਾਸ ਔਨ ਕਰਤੇ ਨਾ, ਉਹਦੇ ਉਹ ਪੰਪਲੇਟਸ ਲੈ ਕੇ ਮਿੱਲਾਂ ਦੇ ਵਿੱਚ ਦੇ ਦੇਣਗੇ, ਉਹ ਅਵੇਅਰਨੈਸ ਕੈਂਪ ਵਗੈਰਾ ਕਰ ਲੈਣਗੇ ਔਰ ਉਹਦੀ ਸਕਾਊਟਿੰਗ ਵਗੈਰਾ ਕਰ ਲੈਣਗੇ। ਜਿਸ ਪਲਾਟ ਦੇ ਵਿੱਚ, ਕਿਉਂਕਿ ਕੁਝ ਪਲਾਟਸ ਨਜ਼ਰ ਆਏ ਹੈ, ਜੇ ਆਪਾਂ ਗੰਨੇ ਦੀ ਗੱਲ ਕਰਦੇ ਹਾਂ, ਅੱਜ ਲਗਭਗ 95,000 ਹੈਕਟੇਅਰ ਪੰਜਾਬ ਦੇ ਵਿੱਚ ਗੰਨਾ ਲੱਗਦਾ, ਅਤੇ ਸਾਰੇ ਦੇ ਵਿੱਚ ਇਨਫੈਕਸ਼ਨ ਨਹੀਂ ਹੈਗੀ। ਉਹ 1 ਔਰ 2 ਵੈਰਾਈਟੀ ਦੇ ਵਿੱਚ, ਇਹ 99-003 ਅਤੇ CO0238 ਦੇ ਵਿੱਚ ਉਹਨਾਂ ਦੇ ਉਹ ਪਲਾਟ ਜਿਹੜੇ ਕਿ ਸਾਡੇ ਰਾਵੀ ਔਰ ਬਿਆਸ ਦੇ ਕੈਚਮੈਂਟ ਏਰੀਆ ਦੇ ਵਿੱਚ ਆਉਂਦੇ ਆ, ਜਿਹੜੇ ਲੋ ਲਾਈਂਗ ਦੇ ਹੈਗੇ ਆ, ਉੱਥੇ ਸੂਲੀ ਦੇ ਜਿਹੜੇ ਪਲਾਟਸ ਆਏ ਆ, ਉੱਥੇ ਇਹ ਹੈ ਕਿ ਉਹਨਾਂ ਦੇ ਪਲਾਟਾਂ ਦੀ ਪੂਰੀ ਤਰ੍ਹਾਂ ਦੇ ਮੁਆਇਨਾ ਕੀਤਾ ਜਾਵੇ। ਉਹਨਾਂ ਦੇ ਜਿਹੜੇ ਇਨਫੈਕਟਡ ਪਲਾਂਟਸ ਹੈਗੇ ਆ ਉਹਨਾਂ ਨੂੰ, ਜਿੱਦਾਂ ਕਿ ਮੰਤਰੀ ਜੀ ਨੇ ਕਿਹਾ ਕਿ ਨਿਕਾਲ ਕੇ ਬਾਹਰ ਲਿਆਉਣਾ ਹੈ, ਉਹਨਾਂ ਨੂੰ ਸਾੜ ਦੇਣਾ ਹੈ। ਔਰ ਉਸ ਤੋਂ ਬਾਅਦ ਕਿਉਂਕਿ ਹੁਣ ਅੱਸੂ ਕੱਤੂ ਦਾ ਸੀਜ਼ਨ ਆ ਗਿਆ, ਨਾਲ ਪੈਰਲਲ ਦੀ ਬਿਜਾਈ ਚੱਲੀ ਹੈ। ਜਦੋਂ ਬਿਜਾਈ ਲੈਣੀ ਹੈ, ਕਿਉਂਕਿ ਗੰਨੇ ਦੀਆਂ 2 ਫਸਲਾਂ ਹੁੰਦੀਆਂ, ਇੱਕ ਬੀਜੜ ਫਸਲ ਹੁੰਦੀ ਹੈ ਜਿਹੜੀ ਕਿ ਅਸੀਂ ਨਵਾਂ ਬੀਜਦੇ ਹਾਂ, ਇੱਕ ਮੋਢੀ ਫਸਲ ਹੁੰਦੀ ਹੈ ਜਿਹੜਾ ਕੱਟਣ ਤੋਂ ਬਾਅਦ ਦੂਸਰੀ ਫਸਲ ਅੱਗੇ ਆਉਂਦੀ ਹੈ। ਤਾਂ ਜਿਸ ਖੇਤ ਦੇ ਵਿੱਚ
ਇਹ ਰੱਤੇ ਰੋਗ ਦੇ ਜਿਹੜੇ ਮਤਲਬ ਲੱਛਣ ਆ ਗਏ ਨਾ, ਖੇਤ ਦੇ ਇਨਫੈਕਸ਼ਨ ਹੋ ਗਈ ਹੈ, ਉਸ ਨੂੰ ਅਸੀਂ ਪ੍ਰਾਇੋਰਟੀ ਬੇਸਿਸ ਤੇ ਜਿਹੜਾ ਇਹਨੂੰ ਕੱਟ ਕੇ ਜਦੋਂ ਮਿਲਣਾ ਸਟਾਰਟ ਹੋਣਗੇ ਪਹਿਲੇ ਪੀੜ ਲਾਂਗੇ, ਪਲੱਸ ਉਸ ਖੇਤ ਦੇ ਵਿੱਚ ਜਿਹੜਾ ਹੈਗਾ ਅੱਗੇ ਗੰਨਾ ਨਹੀਂ ਬੀਜਣਾ। ਤੇ ਜਿਹੜਾ ਅਸੀਂ ਬੀਜ ਲੈ ਕੇ ਆਉਣਾ, ਉਸ ਖੇਤ ਦਾ ਬੀਜ ਵੀ ਦੂਸਰੇ ਖੇਤ ਦੇ ਵਿੱਚ ਨਹੀਂ ਲੈ ਕੇ ਜਾਣਾ, ਨਵਾਂ ਬੀਜ ਲੈ ਕੇ ਆਉਣਾ, ਸਾਫ਼ ਸੁਥਰਾ ਬੀਜ ਲੈ ਕੇ ਆਉਣਾ। ਔਰ ਜਿਹੜੀ ਅਸੀਂ ਅਗਲੀ ਬਿਜਾਈ ਕਰਨੀ ਹੈ, ਉਹਨਾਂ ਨੂੰ ਜਿਹੜੇ ਅਸੀਂ ਉਹਦੀ ਪੱਛੀਆਂ ਕਹਿ ਲਓ ਜਾਂ ਬਰੋਟੇ ਕਹਿ ਲਓ, ਸੈਟਸ ਕਹਿ ਲਓ, ਉਹਨਾਂ ਨੂੰ ਟਰੀਟ ਕਰਕੇ ਹੀ ਬਿਜਾਈ ਕਰਨੀ ਹੈ। ਪਰ ਸਿੰਘੜਾ ਸਾਹਿਬ, ਇਹ ਤਾਂ ਪ੍ਰੋਸੈਸ ਤਾਂ ਬਹੁਤ ਜ਼ਿਆਦਾ ਔਖਾ ਹੋਏਗਾ ਫਿਰ, ਕਿਉਂਕਿ ਕਮਾਦ ਦੇ ਵਿੱਚ ਜਾ ਕੇ ਗੰਨਾ ਉਹ ਲੱਭਣਾ ਵੀ ਲਾਲ ਕਿਹੜਾ ਹੋਇਆ ਹੋਇਆ ਹੈ, ਤਾਂ ਉਹ ਪੱਟਣਾ ਬਹੁਤ ਔਖਾ। ਗੰਨੇ ਦੀ ਜੇ ਤੁਸੀਂ ਲੱਭਣ ਦੀ ਲਾਲ ਦੀ ਨਹੀਂ ਗੱਲ ਹੁੰਦੀ, ਇਹਦੇ ਤੁਹਾਨੂੰ ਮੈਂ ਨਾ ਨਿਸ਼ਾਨੀਆਂ ਇੱਕ ਤੁਹਾਨੂੰ ਪੰਫਲੇਟਸ ਦਿਖਾਊਂਗਾ, ਉਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਬਾਹਰ ਖੇਤ ਦੇ ਖੜੇ ਹੁੰਦੇ ਹਾਂ, ਤੁਹਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਆਹ ਜਿਹੜਾ ਬੂਝਾ ਹੈ ਇਹਦੇ 'ਚ ਗੜਬੜ ਹੈ, ਜਾਂ ਉਹ ਡਰਾਈ ਹੋਇਆ ਹੋਊਗਾ, ਜਾਂ ਜਿੱਦਾਂ ਤੱਕ ਅੰਦਾਜ਼ਾ ਕਿ ਉਹਦੀਆਂ ਪੱਤੀਆਂ ਜਿਹੜੀ ਤੀਜੀ ਔਰ ਚੌਥੀ ਪੱਤੀ ਪਏ ਉਹ ਪੀਲੀਆਂ ਪੈ ਜਾਂਦੀਆਂ ਨੇ। ਉਹ ਜਿਹੜਾ ਪੀਲੀ ਪੱਤੀ ਵਾਲਾ ਅਸੀਂ ਉਹਨੂੰ ਜਾ ਕੇ ਲਿਆਉਂਦੇ ਹਾਂ, ਜਦੋਂ ਉਹਨੂੰ ਪਾੜ ਕੇ ਦੇਖਦੇ ਹਾਂ ਫਿਰ ਥੱਲੇ ਲੱਗਦਾ ਜਦੋਂ ਉੱਲੀ ਹੋਊਗੀ ਤਾਂ ਉਹ ਲਾਲ ਹੋਇਆ ਹੋਊਗਾ, ਸੜਿਆ ਹੋਊਗਾ। ਅਗਰ ਉਹ ਸੜਿਆ ਨਹੀਂ ਹੈ, ਲਾਲ ਨਹੀਂ ਹੈ, ਤਾਂ ਇਟ ਮੀਨਸ ਕਿ ਰੱਤਾ ਰੋਗ ਨਹੀਂ ਹੈ, ਉੱਥੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੇ ਇਸ ਬਿਮਾਰੀ ਨੂੰ ਇਹ ਹੈ ਕਿ ਮਤਲਬ ਬਿਮਾਰੀ ਤੇ ਆ ਗਈ ਹੈ, ਇਹਦੇ 'ਚ ਇਹ ਹੈ ਕਿ ਡਰਨ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੈ, ਪਰ ਸੁਚੇਤ ਹੋਣ ਦੀ ਜ਼ਰੂਰਤ ਹੈ। ਜੇ ਅਸੀਂ ਸੁਚੇਤ ਹੋ ਲੈਂਦੇ ਹਾਂ, ਜਿਹੜੀਆਂ ਸਾਡੀਆਂ ਨਵੀਆਂ ਵੈਰਾਈਟੀਆਂ ਆਈਆਂ ਨੇ ਉਹਨਾਂ ਦੇ ਅੱਗੇ ਜਿਹੜੇ ਬੀਜ ਹੈ ਉਹ ਮਲਟੀਪਲਾਈ ਕਰਦੇ ਹਾਂ, ਤੇ ਅਸੀਂ 2 ਸੀਜ਼ਨਾਂ ਦੇ ਵਿੱਚ ਇਹਦਾ ਕਾਫੀ ਹੱਦ ਤੱਕ ਜਿਹੜਾ ਰੋਕਥਾਮ ਕਰ ਸਕਦੇ ਹਾਂ, ਇਹਦਾ ਬਚਾਅ ਕਰ ਸਕਦੇ ਹਾਂ। ਕਿੰਨੇ ਹੈਕਟੇਅਰ ਤੱਕ ਤੁਸੀਂ ਐਸਟੀਮੇਟ ਲਾਇਆ ਵੀ ਬਿਮਾਰੀ ਹੋਏਗੀ, ਹੈਗਾ ਕੋਈ ਇਸ ਦਾ ਅੰਦਾਜ਼ਾ ਸਿੰਘੜਾ ਸਾਹਿਬ? ਹੈਕਟੇਅਰਸ ਨਹੀਂ ਆਏ, ਕਿਉਂਕਿ ਆ ਵੀ ਅਲਾਰਮਿੰਗ ਪੋਜੀਸ਼ਨ ਪਿਛਲੇ 10 ਕੁ ਦਿਨ ਦੇ ਵਿੱਚ ਹੀ ਆਈ ਹੈ, ਜਿਨ੍ਹਾਂ ਮਿਲਾਂ ਦੇ ਵਿੱਚੋਂ ਆਇਆ। ਪਹਿਲੇ ਤਾਂ ਇਹ ਸੀਗਾ ਕਿ ਵਾਕਈ ਪਿਛਲੇ 15-20 ਸਾਲ ਤੋਂ ਸਾਡੇ ਪੰਜਾਬ ਦੇ ਵਿੱਚ ਰੱਤੇ ਰੋਗ ਦਾ ਕੋਈ ਇੱਦਾਂ ਦਾ ਇਨਸੀਡੈਂਸ ਆਇਆ ਨਹੀਂ। ਜਿਹੜੀ ਸਾਡੀ ਪੁਰਾਣੀ ਵੈਰਾਈਟੀ ਸੀਗੀ COJ 64, ਉਹ ਰੱਤੇ ਰੋਗ ਦੇ ਨਾਲ ਹੀ ਖਤਮ ਹੋਈ ਸੀਗੀ। ਤੇ ਉਹ ਜੋ ਉੱਥੋਂ ਮਿਲਸ ਤੋਂ ਇਨਫੋਰਮੇਸ਼ਨ ਸਾਨੂੰ ਲੈਟਰ ਆਏ ਆ, ਥਰੂ ਕੇਨ ਕਮਿਸ਼ਨਰ ਆਏ ਆ ਕਿ ਉੱਥੇ ਆ ਦਿੱਕਤ ਆਈ ਹੈ, ਜਾ ਕੇ ਦੇਖੀਏ ਕਿ ਵਾਕਈ ਗਰਾਊਂਡ ਰੂਟ 'ਤੇ ਉਹ ਦਿੱਕਤ ਹੈਗੀ ਕਿ ਨਹੀਂ ਹੈਗੀ। ਤੇ ਜਦੋਂ ਸਾਡੀ ਯੂਨੀਵਰਸਿਟੀ ਦੀ ਟੀਮ ਨੇ ਉੱਥੇ ਜਾ ਕੇ ਦੇਖਿਆ, ਉੱਥੇ ਬੁੱਝੇ ਫਾੜ ਕੇ ਦੇਖਿਆ, ਤੇ ਉਹ ਜਿਹੜੇ ਕੁਛ ਪਲਾਟਸ ਸੀਗੇ, ਉਹ ਜਿਹੜਾ ਫਾਰਮਰ ਸੀਗਾ ਉਹਨਾਂ ਦਾ ਜਿਹੜਾ ਏਰੀਆ ਹੈ ਉਹ ਡਿਮਾਰਕੇਸ਼ਨ ਹੋ ਗਈ ਹੈ। ਉਸ ਤੋਂ ਬਾਅਦ ਫਿਰ ਸ਼ਨੀਵਾਰ ਨੂੰ ਇੱਕ ਮੀਟਿੰਗ ਲਈ ਗਈ ਸੀਗੀ ਕੋਆਪਰੇਟਿਵਸ ਦੀ। ਉਹ ਸਾਰੇ ਜਿਨ੍ਹਾਂ ਦੇ ਜਿਹੜੇ CCDO ਜਿਹੜੇ ਕੇਨ ਡਿਵੈਲਪਮੈਂਟ ਦੇ ਆਫੀਸਰ ਸੀਗੇ, ਉਹਨਾਂ ਨੂੰ ਇੰਸਟਰਕਸ਼ਨ ਦੇ ਦਿੱਤੀਆਂ ਕਿ ਤੁਸੀਂ ਜਿਹੜਾ ਸਰਵੇ ਕੀਤਾ ਹੋਇਆ ਇਹਨੂੰ ਹੋਰ ਪ੍ਰੀਸਾਈਜ਼ਲੀ ਜਾ ਕੇ ਦੇਖੋ। ਜਿਹੜੇ ਤੁਹਾਡੇ ਕੇਨ ਸਟਾਫ ਦੇ ਮੈਂਬਰਸ ਹੈ, ਸਰਵੇਅਰ ਹੈ, ਕੇਨ ਇੰਸਪੈਕਟਰ ਹੈ, ਉਹ ਉਹਨੂੰ ਜਾ ਕੇ ਅਗਰ ਦੇਖ ਲੈਂਦੇ ਹੈ ਤਾਂ ਉਸ ਪਲਾਟ ਨੂੰ ਮਾਰਕ ਕਰ ਲੈਂਦੇ ਆ। ਉਹਨਾਂ ਦੀ ਲਿਸਟ ਆ ਗਈ ਹੋਈ ਹੈ, ਸਾਡੇ ਕੇਨ ਕਮਿਸ਼ਨਰ ਸਾਹਿਬ ਦੇ ਨਾਲ ਬੈਠੇ ਹੋਏ ਹੈ ਵਿਜੇ ਕੁਮਾਰ ਜੀ, ਤੇ ਉਹਨਾਂ ਕੋਲ ਸਾਰੀ ਡਿਟੇਲ ਦੀ ਲਿਸਟ ਆਈ ਹੋਈ ਹੈ। ਹੁਣ ਅੱਗੇ ਇਹ ਵੀ ਕਹਿ ਦਿੱਤਾ ਕਿ ਅੱਗੇ ਹੁਣ ਜਿਹੜੇ ਤੁਸੀਂ ਮੰਤਰੀ ਸਾਹਿਬ ਕਹਿ ਕੇ ਗਏ ਨਾ ਕਿ DC ਗੁਰਦਾਸਪੁਰ ਦੇ ਨਾਲ ਮੀਟਿੰਗ ਫਿਕਸ ਹੋ ਗਈ ਹੈ, ਤੇ CM ਸਾਹਿਬ ਨੂੰ ਵੀ ਨੋਟ ਚਲਾ ਗਿਆ ਕਿ ਇੱਕ ਪ੍ਰਾਇੋਰਟੀ ਬੇਸਿਸ ਤੇ ਲੈ ਕੇ ਇਹਨੂੰ ਬਾਹਰ ਫੁਟਿੰਗ ਤੇ ਲੈ ਕੇ ਚੱਲੀਏ, ਤਾਂ ਕਿ ਆਉਣ ਵਾਲੇ ਟਾਈਮ 'ਚ ਇਹਨੂੰ ਜਿਹੜਾ ਕਿ ਮੈਨੇਜ ਕੀਤਾ ਜਾ ਸਕੇ, ਕੋਈ ਇਸ ਤਰ੍ਹਾਂ ਦਿੱਕਤ ਨਾ ਰਹੇ। ਅਸਿਸਟੈਂਟ ਕੇਨ ਕਮਿਸ਼ਨਰ ਨੇ BK ਮਹਿਤਾ ਸਾਹਿਬ, ਹੱਲ ਹੈਗਾ, ਇਲਾਜ ਹੈਗਾ? ਕਿਉਂਕਿ ਕਿਸਾਨ ਤਾਂ ਬਹੁਤ ਵੈਸੇ ਹੀ ਪਰੇਸ਼ਾਨ ਹੁੰਦਾ, ਅੰਨਦਾਤਾ ਕਿਹਾ ਜਾਂਦਾ, ਮਿਹਨਤ ਮੁਸ਼ੱਕਤ ਬਹੁਤ ਕਰਦਾ, ਇਸ ਤਰ੍ਹਾਂ ਦੀਆਂ ਬਿਮਾਰੀਆਂ ਆ ਜਾਂਦੀਆਂ ਨੇ। ਖੈਰ ਬੰਦਾ ਵੀ ਬਿਮਾਰ ਹੋ ਜਾਂਦਾ, ਫਸਲਾਂ ਨੂੰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ। ਹੁਣ ਇਸ ਦਾ ਹੱਲ ਕੀ ਹੈ ਫਿਰ? ਕੀ ਪੱਟ ਕੇ ਕੱਢਣਾ ਜਾਂ ਕੋਈ ਸਪਰੇਅ ਵਗੈਰਾ ਜਾਂ ਕੋਈ ਪੈਸਟੀਸਾਈਡ ਨਾਲ ਵੀ ਹੱਲ ਹੋ ਸਕਦਾ? ਡਾਕਟਰ ਸਾਹਿਬ ਨੇ ਦੱਸਿਆ ਵੀ ਇਸ ਬਿਮਾਰੀ ਦਾ ਜਿਹੜਾ ਕੋਈ ਇਸ ਲਈ ਸਿੱਧਾ ਹੱਲ ਤੇ ਨਹੀਂ, ਪਰ ਇਹਨੂੰ ਆਪਾਂ ਜ਼ਿਮੀਂਦਾਰ ਦਾ ਘੱਟ ਤੋਂ ਘੱਟ ਨੁਕਸਾਨ ਹੋਏ ਇਹਦੇ ਲਈ ਆਪਾਂ ਉਪਰਾਲੇ ਜਿਹੜੇ ਸ਼ੁਰੂ ਕਰਤੇ ਆ, ਠੀਕ ਹੈ ਨਾ। 338 ਏਕੜ ਜਿਹੜਾ ਆਪਾਂ ਏਕੜ ਜਿਹੜੇ ਜਿੱਥੇ ਜਿਹੜੇ ਬਿਮਾਰੀ ਵਾਲੇ ਸਪਾਟ ਹੈ, 130 ਜ਼ਿਮੀਂਦਾਰਾਂ ਦੇ ਜਿਹੜੇ ਸਪਾਟ ਹੈ, ਇਹ ਆਪਾਂ ਹੁਣ ਤੱਕ ਜਿਹੜਾ ਆਪਾਂ ਡਿਟੈਕਟ ਕਰ ਲਿਆ, ਉਹਨਾਂ ਦੀ ਪਛਾਣ ਕਰ ਲਈ ਹੈ। ਜ਼ਿਮੀਂਦਾਰ ਦਾ ਘੱਟ ਤੋਂ ਘੱਟ ਨੁਕਸਾਨ ਹੋਏ, ਆਪਾਂ ਹੁਣ ਇਹ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ 130 ਜ਼ਿਮੀਂਦਾਰਾਂ ਦੇ ਜਿਹੜੇ ਖੇਤ ਨੇ ਜਿਨ੍ਹਾਂ 'ਚ ਇਹ ਬਿਮਾਰੀ ਹੈ, ਇਹਨਾਂ ਦਾ ਬੀਜ ਜਿਹੜਾ ਇਹ ਰਿਪਲੇਸ ਕਰਵਾਵਾਂਗੇ। ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਥੇ ਜਿਹੜੀ ਖੇਤੀ ਨਾ ਕੀਤੀ ਜਾਏ ਗੰਨੇ ਦੀ ਇਸ ਸਾਲ, ਠੀਕ ਹੈ ਨਾ। ਜੇ ਫਿਰ ਵੀ ਇਹ ਕੋਈ ਜ਼ਿਮੀਂਦਾਰ ਨਹੀਂ ਹੈ ਤਾਂ ਉਹਦਾ ਆਪਾਂ ਰਿਪਲੇਸ ਕਰਾਵਾਂਗੇ। ਉਹਨਾਂ ਦੇ ਬੂਝੇ ਕਢਾ ਕੇ ਤੇ ਆਪਾਂ ਜਿਹੜਾ ਪ੍ਰੋਸੈਸ ਸ਼ੁਰੂ ਕਰਾਤਾ ਵੀ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਇਹ ਜ਼ਮੀਨ ਦੇ ਵਿੱਚ ਦਫਨਾ ਦਿਓ, ਠੀਕ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਜਿਹੜੀਆਂ ਹੋਰ ਵੀ ਜਿਹੜੀਆਂ PAU ਸਾਨੂੰ ਜਿੱਥਾਂ ਦੱਸੇਗੀ, ਆਪਾਂ ਉਹਨਾਂ ਨੂੰ ਫਾਲੋ ਕਰਾਂਗੇ। ਪਹਿਲਾ ਕੰਮ ਤੇ ਆਪਾਂ ਇਹ ਕਰਾਂਗੇ ਵੀ ਇੱਥੇ ਜਿਹੜੀ ਖੇਤੀ ਨਾ ਕੀਤੀ ਜਾਏ। 130 ਜ਼ਿਮੀਂਦਾਰ ਜਿਹੜੇ ਹੁਣ ਤੱਕ ਆਪਾਂ ਜਿਹੜਾ ਅੱਗੇ ਵੀ ਸਰਵੇ ਚੱਲ ਰਿਹਾ ਸਾਡਾ। 130 ਕਿਸਾਨ ਜਿਹੜੇ ਨੇ, ਇਹ 130 ਕਿਸਾਨ ਕਿਹੜੇ ਨੇ ਜਿਨ੍ਹਾਂ ਦੀ ਤੁਸੀਂ ਲਿਸਟ ਬਣਾਈ ਹੈ? ਕਿ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਵੀ ਤੁਹਾਡੇ ਬਿਮਾਰੀ ਪੈ ਗਈ ਹੈ ਗੰਨੇ ਨੂੰ? ਸਾਡੇ ਜਿਹੜੇ ਫੀਲਡ ਦੇ ਸਟਾਫ ਹੈ, ਮਿੱਲਾਂ ਦੇ ਸਟਾਫ ਹੈ, ਉਹਨਾਂ ਦੀ ਜਾ ਕੇ ਡਿਟੈਕਟ ਕੀਤੀ ਹੈ ਉੱਥੇ ਜਿੱਥੇ ਬਿਮਾਰੀ ਹੈ। 338 ਏਕੜ ਜਿਹੜਾ ਇਸ ਵੇਲੇ ਹੁਣ ਤੱਕ ਜਿਹੜਾ ਆਪਾਂ ਡਿਟੈਕਟ ਕਰ ਲਿਆ, ਠੀਕ ਹੈ ਜੀ। ਇਲਾਕਾ ਕਿਹੜਾ, ਕਿੱਥੋਂ ਦੇ ਕਿਸਾਨ ਨੇ? ਇਹ ਜਿਹੜਾ ਮਕੇਰੀਆਂ, ਕੀੜੀ ਫਖਾਨਾ ਜਿਹੜੇ ਮਿੱਲਾਂ ਦੇ ਏਰੀਆ, ਜਿਹੜਾ ਗੁਰਦਾਸਪੁਰ, ਜਿਹੜੀਆਂ ਸਾਡੀਆਂ ਗੁਰਦਾਸਪੁਰ ਕੋਆਪਰੇਟਿਵ ਮਿੱਲਾਂ, ਇਸ ਏਰੀਏ ਦੇ ਵਿੱਚ ਹਜੇ ਜਿਹੜੀ ਬਿਮਾਰੀ ਜਿਹੜੀ ਜ਼ਿਆਦਾ ਸਾਨੂੰ ਮਿਲੀ ਹੈ, ਠੀਕ ਹੈ ਨਾ। ਤੇ ਇਹਦੇ 'ਚ ਵੀ ਅਜੇ ਇੰਨੀ ਘਬਰਾਉਣ ਦੀ ਲੋੜ ਨਹੀਂ, ਇੰਨਾ ਬਹੁਤਾ ਜ਼ਿਆਦਾ ਨਹੀਂ ਹੈ ਇਹਦੇ 'ਚ ਏਰੀਆ। ਮਤਲਬ ਕੁਛ ਕੁ ਖੇਤਾਂ ਦੇ ਵਿੱਚ ਜ਼ਿਆਦਾ ਹੈ, ਨਹੀਂ ਤੇ ਕਈਆਂ ਦੇ ਵਿੱਚ ਤੇ 5-5, 10-10% ਹੈ। ਕੁਛ ਕੁ ਜਿਹੜੇ ਬੜੇ ਘੱਟ ਖੇਤ ਹੈ ਜਿਨ੍ਹਾਂ ਦੇ 60% ਤੋਂ ਜ਼ਿਆਦਾ ਬਿਮਾਰੀ ਹੈ। ਇਹਦਾ ਆਪਾਂ ਜ਼ਿਮੀਂਦਾਰ ਦਾ ਘੱਟ ਤੋਂ ਘੱਟ ਨੁਕਸਾਨ ਹੋਏ, ਆਪਾਂ ਇਹ ਕੋਸ਼ਿਸ਼ ਕਰਨੀ ਹੈ ਵੀ ਆਪਾਂ ਜਿਹੜੇ ਸਪਾਟ ਜਿਹੜੇ ਸਿਲੈਕਟ ਕਰ ਰਹੇ ਇਹਨਾਂ ਤੋਂ ਬੀਜ ਬਾਹਰ ਨਾ ਜਾਏ, ਕਿਉਂਕਿ ਇਹ ਬੀਜ ਤੋਂ ਬਿਮਾਰੀ ਜਿਹੜੀ ਫੈਲਦੀ ਹੈ। ਦੂਜਾ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਥੇ ਖੇਤੀ ਨਾ ਕੀਤੀ ਜਾਏ ਅਗਲੇ ਸਾਲ, ਨੈਕਸਟ ਜਿਹੜੀ ਹੈ ਸੋਈ। ਹਾਂ ਹਦਾਇਤਾਂ ਜਿਹੜੀਆਂ ਜਾਂਦੀਆਂ, ਕਿਉਂਕਿ ਇਹਦਾ ਇਲਾਜ ਤਾਂ ਨਹੀਂ ਹੈ, ਪਰ ਆਪਾਂ ਨੁਕਸਾਨ ਘਟਾ ਸਕਦੇ ਹਾਂ ਵੀ ਜ਼ਿਮੀਂਦਾਰ ਦਾ। ਤੀਜਾ ਆਪਾਂ ਜੇ ਇਹ ਕਰਨਾ ਵੀ ਜਿੰਨੇ ਵੀ ਇੱਥੇ ਜਿਹੜੀ ਹੈ ਸੀਡ ਟ੍ਰੀਟਮੈਂਟ ਕਰਵਾਇਆ ਜਾਏ, ਕਿਉਂਕਿ ਇਹੋ ਹੀ ਇੱਕ ਇਲਾਜ ਹੈ ਦਾ ਵੀ ਆਪਾਂ ਜਦੋਂ ਸੋਇੰਗ ਵੇਲੇ ਜਿਹੜਾ ਉਹਦਾ ਸੀਡ ਟ੍ਰੀਟਮੈਂਟ ਕਰਵਾ ਕੇ
ਤੇ ਜ਼ਿਮੀਂਦਾਰਾਂ ਨੂੰ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਮਹਿਕਮਾ ਕੋਆਪਰੇਟਿਵ ਸ਼ੂਗਰ ਫੈਡ ਤੇ ਆਪਾਂ ਸਾਰੇ ਮਿਲ ਕੇ ਯੂਨੀਵਰਸਿਟੀ ਨਾਲ ਮਿਲ ਕੇ ਜ਼ਿਮੀਂਦਾਰ ਦਾ ਜਿਹੜੀ ਬਿਮਾਰੀ ਹੈ ਇਹਨੂੰ ਘੱਟ ਤੋਂ ਘੱਟ ਨੁਕਸਾਨ ਕਰੀਏ। ਗਾਂ ਆਪਾਂ ਜਿਹੜਾ ਇਹਦੀ 238 ਦੀ ਜ਼ਿਆਦਾ ਦੇਖਣ ਨੂੰ ਆਈ ਹੈ, ਆਪਾਂ ਰਿਪਲੇਸ ਵੀ ਕਰਾਵਾਂਗੇ ਦੂਜਾ ਸੀਡ, ਠੀਕ ਹੈ ਨਾ। ਉਹ 'ਚ ਟਾਈਮ ਲੱਗੇਗਾ ਕਿਉਂਕਿ ਯਕਦਮ ਰਿਪਲੇਸ ਨਹੀਂ ਹੋ ਸਕਦੀ, ਠੀਕ ਹੈ ਨਾ। ਉਹਨੂੰ 3-4 ਲੱਗੇ, ਠੀਕ ਹੈ, ਥੈਂਕ ਯੂ। ਸੋ 130 ਕਿਸਾਨਾਂ ਦੀ ਲਿਸਟ ਬਣਾਈ ਹੈ ਡਿਪਾਰਟਮੈਂਟ ਨੇ, ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੇ ਕਿਸਾਨਾਂ ਦੇ ਵਿੱਚ ਰੈੱਡ ਰੋਟ ਨਾਮ ਦੀ ਬਿਮਾਰੀ ਹੈ ਗੰਨੇ ਨੂੰ ਹੋਈ, ਔਰ ਉਹ ਇਲਾਜ ਕੁਛ ਨਹੀਂ ਉਸਦਾ, ਉਹ ਬੂਟਾ ਹੀ ਪੱਟਣਾ ਪਏਗਾ ਔਰ ਉਹ ਗੰਨੇ ਨੂੰ ਕਿਹਾ ਜਾ ਰਿਹਾ ਕਿ ਸਾੜਨਾ ਹੀ ਪਏਗਾ, ਇਸ ਦਾ ਕੋਈ ਇਲਾਜ ਨਹੀਂ ਹੈ। ਪਰ ਸਰਕਾਰ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਔਰ ਸਾਇੰਟਿਸਟ ਦੇ ਨਾਲ, ਤੇ ਨਾਲ ਹੀ ਕਰਨਾਲ ਤੋਂ ਵੀ ਸੀਨੀਅਰ ਅਧਿਕਾਰੀ ਜੁੜੇ ਸੀ ਜਿਨ੍ਹਾਂ ਨੇ ਹਦਾਇਤਾਂ ਤੇ ਦਿਸ਼ਾ ਨਿਰਦੇਸ਼ ਦਿੱਤੇ ਨੇ। ਔਰ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਵੱਲੋਂ ਵੀ ਇਹ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਖੜੀ ਹੈ ਸਰਕਾਰ, ਔਰ ਨਾਲ ਹੀ ਜੋ ਵਿਗਿਆਨੀ ਸਾਡੇ ਨਾਲ ਮੌਜੂਦ ਸੀ ਉਹਨਾਂ ਵੱਲੋਂ ਵੀ ਇਹੋ ਗੱਲ ਕਹੀ ਜਾ ਰਹੀ ਹੈ ਕਿ ਉਹ ਹਰ ਸੰਭਵ ਮਦਦ ਕਰਨਗੇ ਕਿਸਾਨਾਂ ਦੀ ਤਾਂ ਕਿ ਉਹਨਾਂ ਦਾ ਜ਼ਿਆਦਾ ਨੁਕਸਾਨ ਨਾ ਹੋ ਸਕੇ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।